ਸਰਕਾਰ ਕਾਂਗਰਸ ਦੀ, ਪੁਲਿਸ ਕਾਂਗਰਸ ਦੀ, ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਦੀ ਮੌਤ ਹੈ ਜਿਹੜੀ ਇਲੈਕਸ਼ਨਾਂ ਦੇ ਵਿੱਚ ਹੋਈ ਹੈ ਜਾਂ ਕੋਈ ਨਿੱਜੀ ਦੁਸ਼ਮਣੀ ਸੀ? ਮੈਂ ਪੁਲਿਸ ਦੇ ਕੋਲ ਇੱਕ ਲਾਇਸੈਂਸ ਅਪਲਾਈ ਕਰਨਾ, ਮੈਨੂੰ ਲੋੜ ਆ ਜੀ। ਵੇਖੋ ਜੀ, ਮੈਂ ਕੈਸ਼ ਦਾ ਕੰਮ ਕਰਦਾ, ਮੈਂ ਬਾਹਰ ਅੰਦਰ ਜਾਂਦਾ, ਮੈਨੂੰ ਤਾਂ ਦਿੱਤਾ ਜਾਵੇ। ਕਹਿੰਦੇ ਨਹੀਂ ਜੀ, ਹੋਮ ਮਿਨਿਸਟਰੀ ਲੋ ਬੈਨ। ਜੇ ਪਾਕਿਸਤਾਨ ਦੀ ਸਰਕਾਰ ਕਹਿੰਦੀ ਵੀ ਨਹੀਂ ਵੀ ਸਾਡੇ ਇੱਥੇ ਹਾਲਾਤ ਠੀਕ ਨਹੀਂ, ਤੁਸੀਂ ਨਹੀਂ ਆ ਸਕਦੇ, ਤੁਹਾਨੂੰ ਉਹ ਵੀ ਮੰਨਣਾ ਪਊ। ਕਈ ਜਥੇਬੰਦੀ ਦੇ ਫੋਨ ਆਏ ਵੀ ਤੁਹਾਡੇ ਅੰਦੋਲਨ ਤੋਂ ਅਸੀਂ ਬੜੇ ਪ੍ਰਭਾਵਿਤ ਹਾਂ, ਅਸੀਂ ਵੀ ਅੰਦੋਲਨ ਸ਼ੁਰੂ ਕਰ ਰਹੇ ਹਾਂ, ਅਸੀਂ ਬੜੇ ਪਰੇਸ਼ਾਨ ਸਰਕਾਰ ਦੀਆਂ ਨੀਤੀਆਂ ਤੋਂ। 1998 ਦੇ ਵਿੱਚ ਜਾ ਕੇ ਗੁਰੂ ਨਾਨਕ ਸਿੰਘ ਬਟਾਲਾ ਜਾ ਕੇ ਦਾਲ 'ਚ ਪੇਸ਼ ਹੁੰਦਾ, ਮਾਈ ਲਾਰਡ ਮੈਂ ਜਿੰਦਾਬਾਦ। ਰਵੀ ਦਿਸ਼ਾ ਰਵੀ ਨੂੰ ਜਿਹੜਾ ਸੀ ਇਹ ਪੁਲਿਸ ਚਾਹੁੰਦੀ ਸੀ, ਕੇਂਦਰ ਸਰਕਾਰ ਚਾਹੁੰਦੀ ਸੀ ਵੀ ਅਸੀਂ ਇਹਨੂੰ ਕਾਫੀ ਦੇਰ ਅੰਦਰ ਰੱਖੀਏ, ਸਬਕ ਸਿਖਾਈਏ ਇਹਨਾਂ ਨੂੰ ਕਿ ਕਿਵੇਂ ਸਰਕਾਰ ਦੀ ਵਿਰੋਧਤਾ ਕੀਤੀ ਜਾਂਦੀ ਹੈ, ਕਿਵੇਂ ਟੂਰ ਚਲਾਈ ਜਾਂਦੀ ਹੈ, ਕਿਵੇਂ ਕੀਤਾ ਜਾਂਦਾ ਵਾ। ਲੇਕਿਨ ਉਹਨੇ ਗੁਨਾਹ ਕੋਈ ਨਹੀਂ ਕੀਤਾ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ। ਖਬਰਸਾਰ ਬਿਹਾਈਂਡ ਦਾ ਨਿਊਜ਼ ਤੁਹਾਡੇ ਨਾਲ ਸਾਥ ਹੁੰਦਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰ ਦੇ 10 ਵਜੇ ਤੋਂ ਲੈ ਕੇ 11 ਵਜੇ ਤੱਕ। ਅੱਜ ਸਾਡੇ ਨਾਲ ਖਾਸ ਸ਼ਖਸੀਅਤ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਅੱਗੇ ਚੱਲ ਕੇ, ਪਰ ਪਹਿਲਾਂ ਅਸੀਂ ਜੀ ਆਇਆਂ ਕਹਿੰਦੇ ਆ ਕੁਲਦੀਪ ਸਿੰਘ ਹੁਣਾਂ ਨੂੰ। ਸਾਡੇ ਸੀਨੀਅਰ ਜਰਨਲਿਸਟ ਨੇ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਡੇ ਨਾਲ ਹੁੰਦੇ ਨੇ ਤੇ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਅਸੀਂ ਤੁਹਾਡੇ ਤੱਕ ਇਹੋ ਜਿਹੇ ਪ੍ਰੋਗਰਾਮ ਲੈ ਕੇ ਆਈਏ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕੀਏ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਖਾਸ ਹੈ, ਇਸ ਦੇ ਵਿੱਚ ਬਹੁਤ ਸਾਰੀ ਇਹੋ ਜਿਹੀ ਗੱਲਬਾਤ ਹੋਵੇਗੀ ਜਿਹਨਾਂ ਦੇ ਖੁਲਾਸੇ ਵੀ ਹੋਣਗੇ ਤੇ ਤੁਸੀਂ ਹੈਰਾਨ ਵੀ ਹੋਵੋਗੇ ਕਿ ਕਿਹਨਾਂ ਗੱਲਾਂ ਤੋਂ ਸਾਨੂੰ, ਕਿਹਨਾਂ ਗੱਲਾਂ ਤੇ ਪਰਦੇ ਪਾਏ ਜਾਂਦੇ ਨੇ, ਕਿਹੜੀਆਂ ਗੱਲਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ। ਸੋ ਪਹਿਲਾਂ ਜੀ ਆਇਆਂ ਕਰਦੇ ਹਾਂ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਹੋਣਾ ਨੂੰ, ਉਸ ਤੋਂ ਬਾਅਦ ਹੀ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੋ ਕੁਲਦੀਪ ਸਿੰਘ ਜੀ, ਤੁਹਾਨੂੰ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਅਸਲ 'ਚ ਅੰਦੋਲਨ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਅੰਦੋਲਨ ਹੀ ਪਹਿਲੇ ਦਿਨ ਤੋਂ ਚੱਲ ਰਹੇ ਆ ਜੀ। ਅੰਦੋਲਨ ਇੱਕ ਪੰਜਾਬੀ 'ਚ ਕਹਾਵਤ ਹੈ, ਡਿੱਗੀ ਖੋਤੇ ਤੇ ਗੁੱਸਾ ਘੁਮਿਆਰ ਤੇ। ਭਾਜਪਾ ਦੀਆਂ ਸੀਟਾਂ ਪੰਜਾਬ ਦੇ ਵਿੱਚ ਕੌਂਸਲਰ ਦੀਆਂ ਹਾਰਨ ਕਰਕੇ, ਮਿਊਨਿਸਪਲ ਚੋਣਾਂ ਹਾਰਨ ਕਰਕੇ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਆਈ। ਉਹ ਕਹਿੰਦੇ ਵੀ ਨਨਕਾਣਾ ਸਾਹਿਬ ਨਹੀਂ ਜਾਣ ਦੇਣਾ ਸਿੱਖਾਂ ਨੂੰ, ਸਿੱਖਾਂ ਨੇ ਵੋਟਾਂ ਨਹੀਂ ਪਾਈਆਂ। ਦੇਖੋ ਕਿੱਡਾ ਵਧੀਆ ਰਵੱਈਆ ਹੈ ਜੀ। ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਹਰ ਵਰੇ 2 ਜਾਂ 3 ਵਾਰੀ ਪਾਕਿਸਤਾਨ ਵਾਸਤੇ ਜਥਾ ਜਾਂਦਾ ਹੈ, ਨਵੰਬਰ ਦੇ ਵਿੱਚ ਇਹ ਜਥਾ ਜਾ ਕੇ ਆਇਆ। ਨਵੰਬਰ ਦੇ ਵਿੱਚ ਸਿੱਖਾਂ ਨੂੰ ਕਿਸੇ ਤਰ੍ਹਾਂ ਦਾ ਵੀ ਖਤਰਾ ਨਹੀਂ ਸੀ ਜੀ, ਪਾਕਿਸਤਾਨ ਵਾਲਿਆਂ ਵੱਲੋਂ ਕੋਈ ਖਤਰਾ ਨਹੀਂ ਸੀ। ਉਹਨਾਂ ਨੇ ਤਾਂ ਜੀ ਬੜੀ, ਜਦੋਂ ਕਰਤਾਰਪੁਰ ਲਾਂਘਾ ਖੋਲਿਆ ਸੀ ਤੇ ਪਾਕਿਸਤਾਨ ਵੱਲੋਂ ਬੜਾ ਪਿਆਰ, ਸ਼ਿੱਦਤ, ਬੜਾ ਸਤਿਕਾਰ ਦੇ ਨਾਲ ਸਾਰਿਆਂ ਨੂੰ ਉੱਥੇ ਜੀ ਆਇਆਂ ਕਿਹਾ ਸੀ। ਹੁਣ ਕੀ ਕੀਤਾ ਹੈ ਕਿ ਸਿੱਖਾਂ ਨੂੰ ਦੋਨਾਂ ਮੁਲਕਾਂ ਦੇ ਵਿਚਾਲੇ ਕੈਦ ਕਰ ਦਿੱਤਾ। ਕਹਿੰਦੇ ਵੀ ਤੁਸੀਂ ਪਾਕਿਸਤਾਨ ਨਨਕਾਣਾ ਸਾਹਿਬ, ਸਾਕਾ ਨਨਕਾਣੇ ਦਾ ਜਿਹੜਾ ਉਹ ਮਨਾਉਣ ਨਹੀਂ ਜਾ ਸਕਦੇ ਜੀ, ਕਿਉਂਕਿ ਉਹ ਵੀ ਸਾਡੇ ਭਰਾ ਹੀ ਸੀ ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਕੀਤਾ ਸੀ। ਉਹਨਾਂ ਨੇ ਨਨਕਾਣੇ ਜ਼ੁਲਮ ਕੀਤਾ ਸੀ, ਅਸੀਂ ਤੁਹਾਡੇ ਤੇ ਦਿੱਲੀ ਜ਼ੁਲਮ ਕਰ ਰਹੇ ਹਾਂ। ਅਜੇ ਪਾਕਿਸਤਾਨ ਵਾਲਿਆਂ ਨੇ ਏਡੀ ਵੱਡੀ ਵਾੜ, ਨੁਕੀਲੀਆਂ ਮੇਖਾਂ, ਏਡੀਆਂ ਉੱਚੀਆਂ ਉੱਚੀਆਂ ਦੀਵਾਰਾਂ ਨਹੀਂ ਲਾਈਆਂ, ਪਰ ਜਿਹੜੀਆਂ ਦੀਵਾਰਾਂ ਤੇ ਨੁਕੀਲੀਆਂ ਮੇਖਾਂ ਦਿੱਲੀ ਦੇ ਬਾਰਡਰ ਦੇ ਉੱਤੇ ਲੱਗ ਗਈਆਂ ਨਾ, ਸਿੱਖਾਂ ਨੂੰ ਕਹਿਤਾ ਨਾ ਤਾਂ ਤੁਸੀਂ ਪਾਕਿਸਤਾਨ ਜਾ ਸਕਦੇ ਹੋ, ਨਾ ਤੁਸੀਂ ਦਿੱਲੀ ਆ ਸਕਦੇ ਹੋ। ਆਹ ਤੁਹਾਡਾ ਆਪਣਾ ਖਿੱਤਾ ਹੈ ਜੀ। ਯਾਨੀ ਕਿ ਕਈ ਵਾਰੀ ਹੈਰਾਨ ਹੋਈਦਾ ਹੈ ਕਿ ਸਰਕਾਰਾਂ ਫੈਸਲੇ ਲੈਣ ਤੋਂ ਪਹਿਲਾਂ ਕੁਝ ਨਾ ਕੁਝ ਤਾਂ ਸੋਚਦੀਆਂ ਹੋਣਗੀਆਂ। ਜੀ ਬਿਲਕੁਲ। 18 ਤਰੀਕ ਨੂੰ 600 ਵਿਅਕਤੀ ਆਪਣਾ ਸਮਾਨ ਪੈਕ ਕਰਕੇ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਨੇ ਤੇ ਅਚਨਚੇਤ ਹੀ ਗ੍ਰਹਿ ਮੰਤਰੀ ਦੀ ਚਿੱਠੀ ਆ ਜਾਂਦੀ ਹੈ ਕਿ ਨਹੀਂ, ਤੁਹਾਡੀ ਜਾਨ ਨੂੰ ਖਤਰਾ ਹੈ। ਉੱਥੇ ਖਤਰਾ ਹੈ, ਇੱਥੇ ਬਾਰਡਰ ਤੇ ਤੁਸੀਂ ਸੇਫ ਹੋ। ਕਿਉਂਕਿ ਬਾਰਡਰ ਤੇ ਸੇਫ ਇਸ ਕਰਕੇ ਹੋ, ਅਸੀਂ ਆਪਣੇ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਪੁਲਿਸ ਦੀਆਂ ਵਰਦੀਆਂ ਪਵਾ ਕੇ ਤੁਹਾਡੇ ਤੇ ਪਾਣੀ ਦੀਆਂ ਬੁਛਾੜਾਂ ਕਰ ਸਕਦੇ ਹਾਂ, ਤੁਹਾਡੇ ਤੇ ਪਥਰਾਵ ਕਰ ਸਕਦੇ ਹਾਂ, ਤੁਹਾਨੂੰ ਅਸੀਂ ਗੋਲੀਆਂ ਮਾਰ ਕੇ ਨਵਰੀਤ ਸਿੰਘ ਵਾਂਗ ਭੁੰਨ ਸਕਦੇ ਹਾਂ। ਇਹ ਤਾਂ ਸਾਡਾ ਆਪਣਾ ਮੁਲਕ ਹੈ, ਉੱਥੇ ਜਾ ਕੇ ਕਿਵੇਂ ਭੁੰਨਾਂਗੇ। ਸੋ ਇਸ ਗੱਲ ਤੋਂ ਹਾਸਾ ਆਉਂਦਾ, ਦੁੱਖ ਵੀ ਹੁੰਦਾ ਵੀ ਕਿਹੋ ਜਿਹਾ ਸਿਸਟਮ ਚੱਲ ਰਿਹਾ। ਜੀ ਬਿਲਕੁਲ। ਆਪਾਂ ਇੰਝ ਕਰੀਏ
ਪੱਟੀ ਸਾਹਿਬ ਕੋਲ ਨਾ ਪੱਟੀ ਸਾਹਿਬ ਉਹਨਾਂ ਕੋਲ ਚੱਲਦੇ ਆ ਤੇ ਖਬਰਾਂ ਦੀ ਜਾਣਕਾਰੀ ਉਹਨਾਂ ਤੋਂ ਲੈਂਦੇ ਆ, ਕਿਉਂਕਿ ਸਾਰੇ ਹੀ ਉਹਨਾਂ ਦੀਆਂ ਖਬਰਾਂ ਦਾ ਇੰਤਜ਼ਾਰ ਕਰਦੇ ਹੁੰਦੇ ਆ ਜੀ। ਸੋ ਜਸਵੀਰ ਸਿੰਘ ਪੱਟੀ ਜੀ, ਜੀ ਆਇਆਂ ਨੂੰ ਜੀ ਤੁਹਾਨੂੰ ਸਾਡੇ ਵੱਲੋਂ। ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਪੱਟੀ ਸਾਹਿਬ, ਪਹਿਲੀ ਖਬਰ ਨਾਲ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਕਿ ਕਿਸਾਨਾਂ ਨੇ ਰੋਕੀਆਂ ਰੇਲਾਂ, ਯਾਤਰੀਆਂ ਨੂੰ ਚਾਹ ਦੁੱਧ ਦਾ ਲੰਗਰ, ਕੜਾਹ ਪ੍ਰਸ਼ਾਦ ਦਾ ਸ਼ਿਕਾਇਤ ਤੇ ਮਾਫੀ ਮੰਗੀ ਉਹਨਾਂ ਕੋਲੋਂ, ਤੇ ਕਰੀਬ 2 ਦਰਜਨ ਸੂਬਿਆਂ ਦੇ ਵਿੱਚ ਰੇਲ ਸੇਵਾ 'ਚ ਪਿਆ ਅਸਰ ਇਸ ਦਾ। ਸੋ ਇਹਦੇ ਬਾਰੇ ਦੱਸੋ ਜੀ। ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਆਸ ਤੋਂ ਵੱਧ ਹੁੰਗਾਰਾ ਰੇਲ ਰੋਕੋ ਅੰਦੋਲਨ ਨੂੰ ਮਿਲਿਆ ਜੀ। ਪੱਛਮੀ ਬੰਗਾਲ ਤੋਂ ਲੈ ਕੇ ਤੇ ਤੁਸੀਂ ਤਾਮਿਲਨਾਡੂ, ਕਰਨਾਟਕ ਇਸ ਪਾਸੇ ਆ ਜਾਓ ਤੇ ਇਧਰੋਂ ਦਿੱਲੀ, ਕੰਨਿਆਕੁਮਾਰੀ, ਕਸ਼ਮੀਰ ਤੱਕ ਚੱਲ ਜਾਓ ਤੇ ਮੈਂ ਕਿਹਾ ਕੋਈ ਅਤਕਥਨੀ ਨਹੀਂ ਹੋਊਗੀ ਜੀ। ਜੰਮੂ ਦੇ ਲੋਕਾਂ ਨੇ, ਜੰਮੂ ਕਸ਼ਮੀਰ ਦੇ ਲੋਕਾਂ ਨੇ ਵੀ ਰੇਲਾਂ ਰੋਕ ਕੇ ਆਪਣਾ ਹਿੱਸਾ ਪਾਇਆ। ਉੱਥੋਂ ਆਜੋ ਪੰਜਾਬ, ਆਜੋ ਹਰਿਆਣਾ ਚੱਲ ਜਾਓ, ਯੂਪੀ ਚੱਲ ਜਾਓ। ਅਸੀਂ ਕਹਿੰਦੇ ਵੈਸਟ ਯੂਪੀ ਦੀ ਗੱਲ ਕਰਦੇ ਆ, ਈਸਟ ਯੂਪੀ ਚ ਵੀ ਲੋਕਾਂ ਨੇ ਰੇਲਾਂ ਰੋਕੀਆਂ ਜੀ। ਬਿਹਾਰ ਦੇ ਵਿੱਚ ਬੜਾ ਵੱਡਾ ਤਕੜਾ ਉਹਨਾਂ ਨੇ ਜਿਹੜਾ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ, ਬੜੀ ਤਕੜੀ ਉਹਨਾਂ ਨੇ ਉੱਥੇ ਹੁੰਗਾਰਾ ਭਰਿਆ। ਕਰਨਾਟਕਾ ਚਲ ਜਾਓ, ਤਾਮਿਲਨਾਡੂ ਚਲ ਜਾਓ, ਕੇਰਲਾ ਚਲ ਜਾਓ, ਮਹਾਰਾਸ਼ਟਰ ਚਲੋ, ਕਿੱਥੇ ਨਹੀਂ ਰੇਲਾਂ ਰੁਕੀਆਂ ਗਈਆਂ। ਜਦੋਂ ਕਿ ਇਹਨਾਂ ਨੇ ਕਿਹਾ ਸੀ ਸਿੱਧੀ 20 ਕੰਪਨੀਆਂ ਆਰਪੀਐਫ ਦੀਆਂ ਵੱਖਰੀਆਂ ਲਾਤੀਆਂ ਤੇ ਜਿੰਨੇ ਵੀ ਜੀਆਰਪੀ ਦੇ ਜੀ, ਆਰਪੀਐਫ ਦੇ ਕਿ ਜੀਆਰਪੀ ਹੁੰਦੀ ਹੈ ਗਵਰਨਮੈਂਟ ਰੇਲਵੇ ਪੁਲਿਸ ਜੀ ਜੀ। ਉਸ ਗਵਰਨਮੈਂਟ ਰੇਲਵੇ ਪੁਲਿਸ ਦੇ ਵਿੱਚ ਜਿਹੜੀ ਲੋਕਲ ਪੁਲਿਸ ਹੁੰਦੀ ਹੈ, ਉੱਥੇ ਲੋਕਲ ਸਟੇਟ ਦੀ ਪੁਲਿਸ ਹੁੰਦੀ, ਉਹ ਬੰਦੇ ਸ਼ਾਮਲ ਹੁੰਦੇ ਇਹਦੇ ਵਿੱਚ ਜੀ। ਉਹਨਾਂ ਦੀਆਂ ਸਾਰਿਆਂ ਮੁਲਾਜ਼ਮਾਂ ਦੀਆਂ ਉਹਨਾਂ ਨੇ ਜਿਹੜੀ ਅਸੀਂ ਛੁੱਟੀਆਂ ਖਰਚ ਕਰਦੀ ਹੈ ਵੀ ਆਪਾਂ ਰੇਲ ਚਾਲੂ ਰੱਖਣੀ ਹੈ, ਲੇਕਿਨ ਕਿਸਾਨਾਂ ਦੇ ਅੰਦੋਲਨ ਉੱਤੇ ਇਹ ਸਭ ਜਿਹੜੇ ਪ੍ਰਬੰਧ ਫਿੱਕੇ ਪਏ ਤੇ ਲੋਕਾਂ ਨੇ, ਕਿਸਾਨਾਂ ਨੇ ਜਿਹੜੀ ਸੀ ਰੇਲਾਂ ਰੋਕੀਆਂ ਤੇ ਫਿਰ ਸਰਕਾਰ ਨੂੰ ਆਪ ਰੋਕਣੀਆਂ ਪਈਆਂ ਜੀ। ਸਭ ਤੋਂ ਵੱਡੀ ਗੱਲ ਸੀ ਕਿ ਰੇਲ ਰੋਕੀਆਂ ਗਈਆਂ, ਸਟੇਸ਼ਨ ਰੋਕੀਆਂ ਗਈਆਂ, ਉੱਥੇ ਲੰਗਰ ਲਾਏ ਗਏ। ਜੇ ਕਿਤੇ ਬੱਚੇ ਆ ਤਾਂ ਦੁੱਧ ਦੀ ਲੋੜ, ਦੁੱਧ ਦਿੱਤੇ ਗਏ, ਫਰੂਟ ਦਿੱਤੇ ਗਏ। ਫਿਰ ਮਾਫੀ ਮੰਗੀ ਕਿ ਵੀ ਸਾਡੀ ਮਜਬੂਰੀ ਆ ਜੀ। ਬਿਲਕੁਲ। ਪਹਿਲੀ ਵਾਰੀ ਜਿਹੜਾ ਅੰਦੋਲਨ ਆ ਉਹਦਾ ਸਿਰਫ ਨਾਅਰੇ ਨਹੀਂ ਲਾਏ ਗਏ, ਸਗੋਂ ਆਪਣੀ ਗੱਲ ਵੀ ਸਮਝਾਈ ਗਈ ਵੀ ਕਾਹਦੇ ਵਾਸਤੇ ਅਸੀਂ ਰੇਲ ਰੋਕ ਕੇ ਬੈਠੇ ਆ ਜੀ। ਉਹ ਦੱਸਿਆ ਗਿਆ ਉਹਨਾਂ ਨੂੰ, ਉਹਨਾਂ ਕੋਲ ਮਾਫੀ ਮੰਗੀ ਗਈ ਕਿ ਸਾਡੀ ਮਜਬੂਰੀ ਹੈ, ਅਸੀਂ ਪਹਿਲਾਂ ਅਨਾਉਂਸ ਕੀਤਾ ਸੀ। ਹੁਣ ਸਰਕਾਰ ਕੀ ਕਹੇਗੀ? ਜੇ 2 ਦਰਜਨ ਸਟੇਟਾਂ ਦੇ ਵਿੱਚ ਇਹਦਾ ਅਸਰ ਵੇਖਣ ਨੂੰ ਮਿਲਿਆ ਵਾ, ਅਸੀਂ ਪੰਜਾਬ ਹਰਿਆਣਾ ਨੂੰ ਛੱਡ ਲਈਏ, ਅਸੀਂ ਅੱਧਾ ਯੂਪੀ ਨੂੰ ਛੱਡ ਲਈਏ, ਜੇ ਉਦੋਂ ਇਲਾਵਾ ਵੀ ਜਿਹੜੀਆਂ 2 ਦਰਜਨ ਦੇ ਕਰੀਬ ਜਿਹੜੇ ਸਟੇਟਾਂ ਦੇ ਵੇਖਣ ਨੂੰ ਮਿਲਿਆ, ਇਹਦਾ ਜਿਹੜਾ ਹੁੰਗਾਰਾ ਮਿਲਿਆ ਵੇਖਣ ਨੂੰ, ਸਰਕਾਰ ਕੀ ਕਹੇਗੀ ਜੀ। ਇਸ ਕਰਕੇ ਅਸੀਂ ਇਹਨੂੰ ਕਾਮਯਾਬ ਅੰਦੋਲਨ ਕਵਾਂਗੇ, ਕਾਮਯਾਬ ਰੇਲ ਕੋ ਕਵਾਂਗੇ ਵੀ ਇਹ ਇੱਕ ਕਾਮਯਾਬ ਰਿਹਾ ਵਾ। ਆਉਣ ਵਾਲੇ ਸਮੇਂ 'ਚ ਫਿਰ ਉਹ ਅਗਲਾ ਪ੍ਰੋਗਰਾਮ ਕੀ ਦਿੰਦੇ, ਇਹ ਹੁਣ ਸਿੰਘੂ ਬਾਰਡਰ ਤੇ ਜੋ ਕੱਲ ਨੂੰ ਸਟੇਜ ਸੱਜੇਗੀ, ਉਹ ਫਿਰ ਉੱਥੋਂ ਅਨਾਉਂਸ ਕਰਨਗੇ ਵੀ ਅਗਲਾ ਸਾਡਾ ਪ੍ਰੋਗਰਾਮ ਕੀ ਜੀ ਜੀ। ਔਰ ਕਿਸੇ ਵੀ ਅੰਦੋਲਨ ਨੂੰ ਕਾਮਯਾਬ ਕਰਨ ਲਈ ਇਹੋ ਜਿਹੇ ਪ੍ਰੋਗਰਾਮ ਦੇਣੇ ਬਹੁਤ ਜ਼ਰੂਰੀ ਹੁੰਦੇ ਆ ਜੀ। ਜੇ ਇੱਕ ਜਗ੍ਹਾ ਬਹਿ ਕੇ ਤੁਸੀਂ ਨਾਅਰੇ ਮਾਰ ਕੇ ਸਰਕਾਰ ਦੇ ਪਿੱਛਾ ਪਕੜ ਚਲੇ ਗਏ, ਸਰਕਾਰ ਤੇ ਕੋਈ ਅਸਰ ਨਹੀਂ ਜਿੰਨਾ ਚਿਰ ਕੋਈ ਤੁਸੀਂ ਮੂਵਮੈਂਟ ਨਹੀਂ ਕਰਦੇ। ਮੂਵਮੈਂਟ ਕਰਨੀ ਪਵੇਗੀ ਜੀ। ਬਿਲਕੁਲ। ਜਿੱਤਾਂ ਹਾਰਾਂ ਤਾਂ ਬਣੀਆਂ ਨੇ ਇਲੈਕਸ਼ਨਾਂ ਦੇ ਵਿੱਚ, ਇੱਕ ਨੇ ਜਿੱਤਣਾ ਹੁੰਦਾ ਹੈ, ਇੱਕ ਨੇ ਹਾਰਨਾ ਹੁੰਦਾ ਹੈ। ਜ਼ਿਲ੍ਹਾ ਫਰੀਦਕੋਟ ਦੀ ਗੱਲ ਹੀ ਨਾ ਕਰਾਂ ਮੈਂ, ਬਾਕੀ ਸੂਬਿਆਂ ਦੇ ਬਾਕੀ ਜਿਹੜੇ ਜ਼ਿਲ੍ਹੇ ਨੇ, ਹਰੇਕ ਥਾਂ ਤੇ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ, ਕਾਂਗਰਸ ਨੇ ਹੁਣ ਜਾਂ ਫੇਰ ਜਿੱਤ ਪ੍ਰਾਪਤ ਕੀਤੀ ਹੈ। ਇਹਦਾ ਮਤਲਬ ਇਹ ਤਾਂ ਨਹੀਂ ਜੇ ਜਿੱਤ ਗਏ ਨੇ ਤੇ ਗੋਲੀਆਂ ਨਾਲ ਤੁਸੀਂ ਭੁੰਨ ਸੱਟੋ। ਸਰਕਾਰ ਕਾਂਗਰਸ ਦੀ, ਪੁਲਿਸ ਕਾਂਗਰਸ ਦੀ, ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਦੀ ਮੌਤ ਹੈ ਜਿਹੜੀ ਇਲੈਕਸ਼ਨਾਂ ਦੇ ਵਿੱਚ ਹੋਈ ਹੈ ਜਾਂ ਕੋਈ ਨਿੱਜੀ ਦੁਸ਼ਮਣੀ ਸੀ ਜੀ? ਵੇਖੋ ਜੀ, ਇਹਦੇ ਬਾਰੇ ਤਾਂ ਅਜੇ ਤੱਕ ਜਿੰਨ ਚਿਰ ਪੁਲਿਸ ਕੁਝ ਸਪਸ਼ਟ ਨਹੀਂ ਕਰਦੀ ਉਨ ਚਿਰ ਕੁਝ ਨਹੀਂ ਕਹਿ ਸਕਦੇ ਜੀ। ਸਭ ਤੋਂ ਵੱਡੀ ਗੱਲ ਹੈ ਵੀ ਆਮ ਤੌਰ ਤੇ ਇਲੈਕਸ਼ਨਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹੁੰਦੀਆਂ, ਲੇਕਿਨ ਇਹ ਇਲੈਕਸ਼ਨ ਤੋਂ ਬਾਅਦ ਵਾਪਰੀ ਹੈ ਜੀ। ਇਲੈਕਸ਼ਨ ਤੋਂ ਪਹਿਲਾਂ ਡਾਂਗ ਛੋਟਾ ਮਾੜਾ ਮੋਟਾ ਇੱਟੇ ਰੋਲੇ ਜ਼ਰੂਰ ਚੱਲੇ ਇੱਕ ਦੂਜੇ ਦੇ ਵਿਰੁੱਧ, ਲੇਕਿਨ ਇਹੋ ਜੀ ਗੋਲੀ ਚੱਲ ਕੇ ਬੰਦੇ ਮਾਰਨ ਲਈ ਘਟਨਾ ਨਹੀਂ ਵਾਪਰੀ। ਗੋਲੀ ਵੀ ਚੱਲੀ ਹੈ ਲੇਕਿਨ ਉਹ ਹਵਾਈ ਫਾਇਰ ਹੋਇਆ, ਕਿਸੇ ਤੇ ਸਿੱਧੇ ਫਾਇਰ ਨਹੀਂ ਹੋਏ। ਗੁਰਲਾਲ ਸਿੰਘ ਭੁੱਲਰ ਫਰੀਦਕੋਟ ਦੀ ਯੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਜੀ। ਬਿਲਕੁਲ। ਨਾਲ ਜ਼ਿਲ੍ਹਾ ਪਰਿਸ਼ਦ ਮੈਂਬਰ ਵੀ ਆ। ਅੱਛਾ ਜੀ।
ਤੇ ਭੀੜ ਭੜੱਕੇ ਵਾਲੇ ਏਰੀਏ ਦੇ ਵਿੱਚ ਅੱਜ ਜਦੋਂ ਉਹ ਜਾ ਰਹੇ ਸੀ ਤੇ ਉਹਨਾਂ ਨੂੰ 2 ਮੋਟਰਸਾਈਕਲ ਵਾਲਿਆਂ ਆ ਕੇ 2 ਪਿਸਤੌਲਾਂ ਨਾਲ ਗੋਲੀਆਂ ਮਾਰੀਆਂ। ਇੱਕ ਨਹੀਂ 12 ਗੋਲੀਆਂ ਚੱਲੀਆਂ। ਉਹਨਾਂ ਦੇ ਪੇਟ 'ਚ ਲੱਗੀ ਆ, ਉਹਦੇ ਮੱਥੇ 'ਚ ਲੱਗੀ, ਉਹਨਾਂ ਦੇ ਢਿੱਡ 'ਚ ਲੱਗੀ ਆ, ਉਹਨਾਂ ਦੇ ਇੱਕ ਜਗ੍ਹਾ ਹੋਰ ਵੀ ਗੋਲੀ ਲੱਗੀ ਆ। ਉਹ ਇੰਨੀ ਕਿ ਜਿਹੜੀਆਂ ਗੋਲੀਆਂ ਸੀ ਲੱਗੀਆਂ ਵੀ ਹਸਪੀਟਲ ਲੈ ਕੇ ਗਏ। ਡਾਕਟਰ ਪਹਿਲਾਂ ਕਹਿਤਾ ਵੀ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਪਰ ਵਾਅਦਾ ਨਹੀਂ ਕਰਦੇ। 2 ਘੰਟੇ ਬਾਅਦ ਉਹਨਾਂ ਕਹਿਤਾ ਵੀ ਵੀ ਆਰ ਸੌਰੀ, ਅਸੀਂ ਨਹੀਂ ਬਚਾ ਸਕੇ, ਅਸੀਂ ਇਨਸਾਨ ਆ, ਭਗਵਾਨ ਨਹੀਂ ਹੈਗੇ, ਜਿੰਨੀ ਸਾਡੀ ਆਵਾਜ਼ ਅਸੀਂ ਲਾਈ ਆ। ਲੇਕਿਨ ਇੱਥੇ ਹੁਣ ਪੁਲਿਸ ਕਹੀ ਜਾਂਦੀ ਹੈ ਜੀ ਅਸੀਂ ਪਛਾਣ ਕਰ ਰਹੇ ਹਾਂ ਜੀ, CCTV ਕੈਮਰੇ ਖੋਲ ਰਹੇ ਆ ਜੀ। ਲੇਕਿਨ ਸਰਦਾਰ ਕੁਲਦੀਪ ਸਿੰਘ ਜੀ ਇੱਕ ਗੱਲ ਬੜੀ ਸੋਚਣ ਵਾਲੀ ਹੈ। ਮੈਂ ਪੁਲਿਸ ਦੇ ਕੋਲ ਇੱਕ ਲਾਇਸੈਂਸ ਅਪਲਾਈ ਕਰਨਾ, ਮੈਨੂੰ ਲੋੜ ਆ ਜੀ। ਵੇਖੋ ਜੀ ਮੈਂ ਕੈਸ਼ ਦਾ ਕੰਮ ਕਰਦਾ, ਮੈਂ ਬਾਹਰ ਅੰਦਰ ਜਾਂਦਾ, ਮੈਨੂੰ ਤਾਂ ਦਿੱਤਾ ਜਾਵੇ। ਕਹਿੰਦੇ ਨਹੀਂ ਜੀ ਹੋਮ ਮਿਨਿਸਟਰੀ ਵੱਲੋਂ ਬੈਨ ਆ। ਤੇ 2 ਹੀ ਕੰਮ ਆ, ਜਾਂ ਤੁਹਾਡੀ ਪੋਲੀਟੀਕਲ ਸਿਫਾਰਿਸ਼ ਚਾਹੀਦੀ ਆ ਜੀ ਤੇ ਜਾਂ ਫਿਰ ਚਾਂਦੀ ਦੀ ਜੁੱਤੀ ਚਾਹੀਦੀ ਹੈ ਜੀ। ਦੋਵਾਂ ਚੋਂ ਤੁਹਾਨੂੰ ਜਿਹੜੇ ਲਾਇਸੈਂਸ ਮਿਲਦੇ ਨੇ, ਜੇ ਲਾਇਸੈਂਸ ਮਿਲਦੇ ਨੇ ਫਿਰ ਇਹ ਜਿਹੜੇ ਹੁਣ ਮੇਰੇ ਵਰਗੇ ਜੇ ਬਾਈ ਚਾਂਸ ਲਾਇਸੈਂਸ ਮਿਲਦਾ ਨਹੀਂ, ਜੇ ਮਿਲ ਗਿਆ ਤੇ ਮੇਰੇ ਘਰ ਦੇ ਵਿੱਚ 15 ਦਿਨ ਪਹਿਲਾਂ ਆ ਕੇ ਪੁਲਿਸ ਨੇ ਭੇਜਣਾ, ਭਾਜੀ ਆਪਣਾ ਹਥਿਆਰ ਦੇ ਦਿਓ। ਇਲੈਕਸ਼ਨ ਕਮਿਸ਼ਨ ਦੇ ਆਰਡਰ ਆ ਵੀ ਸਾਰੇ ਹਥਿਆਰ ਜਿਹੜੇ ਥਾਣੇ ਜਮ੍ਹਾਂ ਕੀਤੇ ਜਾਣ, ਜਾਂ ਤੁਸੀਂ ਗਨ ਉਸ ਜਮ੍ਹਾਂ ਕਰਾ ਕੇ ਸਾਨੂੰ ਰਸੀਦ ਵਿਖਾ ਦਿਓ। ਲੇਕਿਨ ਇਹੋ ਜਿਹੇ ਗੁੰਡਿਆਂ ਲੁੱਚਿਆਂ ਲੰਡਿਆਂ ਦੇ ਹਥਿਆਰ ਜਮ੍ਹਾਂ ਨਹੀਂ ਕੀਤੇ ਜਾਂਦੇ, ਜਿਹੜੇ ਗੋਲੀਆਂ ਚਲਾਉਂਦੇ ਆ ਤੇ ਫਿਰ ਬੰਦੇ ਮਾਰ ਜੀ। ਇਹ ਦੱਸਣਾ ਵੀ ਪੁਲਿਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਵੀ ਇਹਨਾਂ ਦੇ ਹਥਿਆਰ ਕਿਉਂ ਨਹੀਂ ਜਮ੍ਹਾਂ ਕੀਤੇ ਗਏ, ਬੰਦੇ ਕੌਣ ਸੀ ਜੀ। ਪੱਟੀ ਸਾਹਿਬ ਅਗਲੀ ਖਬਰ ਤੁਹਾਡੇ ਤੋਂ ਜਾਣਨਾ ਚਾਹੁੰਦੇ ਆ। ਵੈਸੇ ਕੁਲਦੀਪ ਸਿੰਘ ਹੁਣਾਂ ਨੇ ਸ਼ੁਰੂਆਤ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਸੀਗਾ ਕਿ ਸੁਰੱਖਿਆ ਕਾਰਨਾਂ ਕਰਕੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਸ਼ਤਾਬਦੀ ਮਨਾਉਣ ਲਈ ਜਥੇ ਨੂੰ ਮਨਾਹੀ ਕੀਤੀ ਗਈ, ਜਾਣ ਨਹੀਂ ਦਿੱਤਾ ਗਿਆ। ਤੇ ਬੀਬੀ ਜੀ ਨੇ ਇਸ ਦੇ ਲਈ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ, ਇਹਦੇ ਬਾਰੇ ਦੱਸੋਗੇ ਜੀ? ਜਿੱਥੋਂ ਤੱਕ ਪਾਕਿਸਤਾਨ ਜਿਹੜਾ ਜਥਾ ਜਾਣ ਦੀ ਗੱਲ ਹੈ, ਉਹਦੇ ਵਿੱਚ ਸਾਡੀ ਜਿਹੜੀ ਸਰਕਾਰ ਜੋ ਕਹਿੰਦੀ ਹੈ ਸੁਰੱਖਿਆ ਦੇ ਪੱਖੋਂ ਸਾਨੂੰ ਉਹ ਮਨਜ਼ੂਰ ਕਰਨਾ ਪਊ। ਜੇ ਪਾਕਿਸਤਾਨ ਦੀ ਸਰਕਾਰ ਕਹਿੰਦੀ ਹੈ ਵੀ ਨਹੀਂ ਵੀ ਸਾਡੇ ਇੱਥੇ ਹਾਲਾਤ ਠੀਕ ਨਹੀਂ, ਤੁਸੀਂ ਨਹੀਂ ਆ ਸਕਦੇ, ਤੁਹਾਨੂੰ ਉਹ ਵੀ ਮੰਨਣਾ ਪਊ। ਲੇਕਿਨ ਪਾਕਿਸਤਾਨ ਦੀ ਸਰਕਾਰ ਨੇ ਸਾਨੂੰ 600-700 ਵੀਜ਼ਾ ਦਿੱਤਾ, ਭਾਈ ਤੁਸੀਂ ਜਾ ਸਕਦੇ ਹੋ, ਬਾਬੇ ਦੇ ਦਰਸ਼ਨ ਕਰ ਸਕਦੇ ਹੋ, ਜਾ ਕੇ ਸ਼ਤਾਬਦੀ ਮਨਾ ਸਕਦੇ ਹੋ, ਅਖੰਡ ਪਾਠ ਕਰਾ ਸਕਦੇ ਹੋ, ਉੱਥੇ ਜਾ ਕੇ ਕੜਾਹ ਪ੍ਰਸ਼ਾਦ ਛਕ ਸਕਦੇ ਹੋ। ਸਾਡੀ ਸਰਕਾਰ ਨੂੰ ਇਹਨਾਂ ਨੂੰ ਪਹਿਲਾਂ ਨਹੀਂ ਪਤਾ, ਇਹ 4 ਦਿਨ ਪਹਿਲਾਂ ਕਹਿ ਦੇਣ, 10 ਦਿਨ ਪਹਿਲਾਂ ਕਹਿ ਦੇਣ ਭਾਈ ਅਸੀਂ ਤੁਹਾਨੂੰ ਨਹੀਂ ਜਾਣ ਦੇਣਾ, ਸੁਰੱਖਿਆ ਉੱਤੇ ਠੀਕ ਨਹੀਂ ਹੈਗੀ। ਜਦੋਂ ਲੋਕ ਘਰਾਂ ਤੋਂ ਤਿਆਰੀ ਕਰਕੇ ਆ ਗਏ, ਸਾਰਾ ਸਮਾਨ ਲੈ ਕੇ ਆਏ ਆ, ਪੈਕ ਕਰਕੇ ਆ ਗਏ ਵੀ ਅਸੀਂ ਬਾਬੇ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੀ। ਜਿਨ੍ਹਾਂ ਦੀਆਂ ਭਾਵਨਾ ਇੱਥੇ ਨਹੀਂ, ਉਹ ਨਨਕਾਣਾ ਸਾਹਿਬ ਨਾਲ ਜੁੜੀਆਂ ਪਈਆਂ ਸੀਗੀਆਂ। ਉਸ ਸਮੇਂ ਕਹਿੰਦੇ ਜੀ ਵੀ ਆਰ ਸੌਰੀ, ਇਨਫੋਰਮੇਸ਼ਨ ਵੀ ਇਹ ਜਥੇ ਤੇ ਪਾਕਿਸਤਾਨ ਦੇ ਵਿੱਚ ਕੋਈ ਅੱਤਵਾਦੀ ਅਟੈਕ ਹੋ ਸਕਦਾ, ਕਿਉਂਕਿ ਉੱਥੇ ਹਾਲਾਤ ਠੀਕ ਨਹੀਂ ਜੀ, ਤੁਸੀਂ ਨਹੀਂ ਜਾ ਸਕਦੇ। ਬੀਬੀ ਜਗੀਰ ਕੌਰ ਦਾ ਗੁੱਸਾ ਵੀ ਸਹਿਜ ਸਹੀ ਆ ਤੇ ਜਥੇਦਾਰ ਅਕਾਲ ਤਖਤ ਦੀ ਲੋਚਨਾ ਵੀ ਸਹੀ ਹੈ ਜੀ। ਦੋਵਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ ਆ, ਕਿਉਂਕਿ ਅੱਜ ਅਸੀਂ ਉਹਦਾ ਹਿੱਸਾ ਨਹੀਂ। ਤੁਹਾਨੂੰ ਪਤਾ ਹੋਏਗਾ ਇੱਕ ਵਾਰੀ ਪਰਮਜੀਤ ਸਿੰਘ ਸਰਨਾ ਇੱਥੇ ਨਗਰ ਕੀਰਤਨ ਲੈ ਕੇ ਗਿਆ ਸੀ ਪਿਛਲੇ ਸਾਲ ਜੀ, ਕਰੋਨਾ ਤੋਂ ਪਹਿਲਾਂ ਜੀ। ਉਸ ਟਾਈਮ ਤੇ ਕੀ ਹੋਇਆ ਸੀਗਾ, ਜਿਹੜਾ ਬੰਦਾ 30 ਵਾਰੀ ਪਾਕਿਸਤਾਨ ਤੋਂ ਹੋ ਕੇ ਆ ਗਿਆ ਤੇ ਬਿਆਨ ਕੀਤਾ ਭਾਈ ਤੂੰ ਪਾਕਿਸਤਾਨ ਨਹੀਂ ਛੱਡ ਸਕਦਾ, ਤੇਰਾ ਫਲਾਣਾ ਕੇਸ ਚੱਲਦਾ। ਉਹ ਕਹਿੰਦਾ ਕੇਸ ਹੀ ਚੱਲਦਾ, ਭਗਵਤ ਨਹੀਂ ਕਿਤੇ ਹੋਇਆ ਜੀ। ਮੇਰਾ ਰਿਕਾਰਡ ਵੇਖ ਲਓ, ਜਿੰਨੀ ਵਾਰੀ ਗਿਆ ਵਾਪਸ ਆਇਆ ਤੂੰ ਨਹੀਂ ਬਈ ਤੈਨੂੰ ਨਹੀਂ ਜਾਣ ਦੇਣਾ, ਕਿਉਂਕਿ ਉਹਨਾਂ ਜਾ ਕੇ ਉੱਥੇ ਖੰਡ ਪਾਠ ਰਖਾ ਕੇ ਭੋਗ ਪਾਉਣਾ ਸੀ। ਮੁੜ ਕੇ ਉਹਦੇ ਭਰਾ ਨੂੰ ਬੜੀ ਮੁਸ਼ਕਲ ਨਾਲ ਜਾਣ ਦੀ ਇਜਾਜ਼ਤ ਦਿੱਤੀ ਗਈ, ਉਹ ਪਾਲਕੀ ਸਾਹਿਬ ਲੱਗ ਕੇ ਜਾ ਰਹੇ ਸੀ ਜੀ। ਇਸ ਕਰਕੇ ਜਿਹੜੀ ਆਪਣੀਆਂ ਜਿਹੜੀਆਂ ਥੱਦੀਆਂ ਗੰਢਾਂ ਜਿਹੜੀਆਂ ਮੂੰਹ ਨਾਲ ਖੁੱਲ੍ਹਣੇ ਪੈਂਦੀਆਂ ਜੀ ਬਿਲਕੁਲ ਜੀ। ਉਦੋਂ ਤੁਸੀਂ ਹਿੱਸੇਦਾਰ ਸੀ ਉੱਥੇ ਸੈਂਟਰ ਦੇ ਵਿੱਚ, ਤੁਹਾਡਾ ਫਰਜ਼ ਬਣਦਾ ਸਰਨੇ ਦੇ ਹੱਕ 'ਚ ਖਲੋਣਾ, ਪਰ ਤੁਸੀਂ ਬਿਲਕੁਲ ਨਹੀਂ ਖਲੋਤੇ। ਬਿਲਕੁਲ ਅੱਜ ਜੇ ਸੁਰੱਖਿਆ ਦੀ ਗੱਲ ਕੀਤੀ ਸਰਕਾਰ ਨੇ ਤੇ ਉਹ ਚੁੱਪ ਕਰਕੇ ਹੱਥ ਜੋੜ ਕੇ ਮੰਨ ਲੈਣੀ ਚਾਹੀਦੀ ਸਾਨੂੰ ਵੀ ਠੀਕ ਹੈ ਜੀ, ਸਰਕਾਰ ਕਿਉਂ ਸਾਡੀ ਸਰਕਾਰ ਹੈ ਜੀ।
ਜਿਹਨੇ ਸਾਡੀ ਸੁਰੱਖਿਆ ਕਰਨੀ ਹੈ। ਪਾਕਿਸਤਾਨ ਨਾ ਜੇ ਕੋਈ ਘਟਨਾ ਵਾਪਰ ਜਾਂਦੀ ਤਾਂ ਕੌਣ ਜ਼ਿੰਮੇਵਾਰ ਹੋਊਗਾ? ਅਸੀਂ ਸਰਕਾਰ ਦੀ ਗੱਲ ਸਾਫਾ ਬਣ ਸਾਡੇ ਬੰਦੇ ਮਰਵਾਤੇ ਤੁਸੀਂ। ਅੱਛਾ, ਇਹਦੇ ਨਾਲ ਹੀ ਪੱਟੀ ਸਾਹਿਬ, ਇਹਦੇ ਨਾਲ ਦੀ ਖਬਰ ਹੀ ਹੈ, ਤੁਹਾਨੂੰ ਯਾਦ ਹੋਏਗਾ ਪਾਰਲੀਮੈਂਟ ਦੇ ਵਿੱਚ ਇੱਕੋ ਇੱਕ ਸਿੱਖ ਪਾਰਲੀਮੈਂਟ ਮੈਂਬਰ ਹੈ ਜਿਨ੍ਹਾਂ ਨੇ ਕਿਸਾਨਾਂ ਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਵੀ ਉਠਾਇਆ ਹੈ। ਤੇ ਹੁਣ ਪਤਾ ਲੱਗਾ ਹੈ ਕਿ ਜਿਹੜੇ ਪਾਕਿਸਤਾਨ ਦੇ ਕਿਸਾਨ ਨੇ ਉਹ ਵੀ ਭਾਰਤੀ, ਕਿਉਂਕਿ ਸਾਡੇ ਕੈਨੇਡਾ 'ਚ ਹੋ ਰਿਹਾ ਹੈ, ਇੰਗਲੈਂਡ 'ਚ ਹੋ ਰਿਹਾ ਹੈ, ਜਰਮਨੀ 'ਚ ਹੋ ਰਿਹਾ ਹੈ, ਬਾਕੀ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਸਿੱਖ ਵਸਦੇ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਰੈਲੀਆਂ ਕਰ ਰਹੇ ਨੇ। ਕਿਤੇ ਇਹਨਾਂ ਨੂੰ ਇਹ ਤਾਂ ਨਹੀਂ ਡਰ ਸੀ ਵੀ ਆ 700 ਬੰਦਾ ਪੰਜਾਬੋਂ ਜਿਹੜਾ ਗਿਆ ਤਾਂ ਸਾਰਾ ਕਿਸਾਨ ਹੈ, ਇਹ ਵੀ ਉਹਨਾਂ ਨਾਲ ਰੈਲੀਆਂ ਦੇ ਵਿੱਚ ਰਲ ਜਾਏਗਾ, ਇਸ ਕਰਕੇ ਅਸੀਂ ਇਹਨਾਂ ਨੂੰ ਵੀਜ਼ਾ ਨਹੀਂ ਦੇ ਰਹੇ। ਉੱਥੇ ਕਿਹੋ ਜਿਹੇ ਹਾਲਾਤ ਨੇ? ਨਹੀਂ, ਜਿੱਥੋਂ ਤੱਕ ਪਾਕਿਸਤਾਨ ਦੀ ਗੱਲ ਹੈ ਜੀ, ਪਹਿਲਾਂ ਤੁਹਾਨੂੰ ਪਤਾ ਹੋਏਗਾ ਵੀ ਇੱਕ ਉੱਥੋਂ ਬਿਆਨ ਆਇਆ ਸੀ, ਉਹਨੇ ਇੱਕ ਬੜੀ ਭਾਵਪੂਰਤ ਕਵਿਤਾ ਵੀ ਗਾਈ ਸੀ, ਬੜੀ ਪਿਆਰੀ ਕਵਿਤਾ ਸੀ। ਉਹਨਾਂ ਦਾ ਕਹਿਣ ਤੋਂ ਭਾਵ ਸੀ ਵੀ ਆ ਜਿਹੜੀਆਂ ਲਕੀਰਾਂ ਨਾ ਹੁੰਦੀਆਂ ਤੇ ਅਸੀਂ ਬਿਨਾਂ ਉੱਡ ਕੇ ਆਪਣੇ ਭਰਾਵਾਂ ਨਾਲ ਜਿਹੜੀ ਸੋਲਿਡਰਿਟੀ ਜ਼ਾਹਰ ਕਰਦੇ, ਜਾ ਕੇ ਨਾਲ ਅਸੀਂ ਬੈਠਦੇ, ਅਸੀਂ ਕਿਸਾਨਾਂ ਨਾਲ, ਅਸੀਂ ਵੀ ਕਿਸਾਨ। ਉਸ ਟਾਈਮ ਤੇ ਗੋਪਾਲ ਸਿੰਘ ਚਾਵਲਾ ਨੇ ਕਿਹਾ ਸੀ ਵੀ ਅਸੀਂ ਜਿਹੜੇ ਭਾਰਤ ਦੇ ਕਿਸਾਨ ਉਹਨਾਂ ਦੇ ਹੱਕ ਦੀ ਪਾਕਿਸਤਾਨ 'ਚ ਇੱਕ ਟਰੈਕਟਰ ਮਾਰਚ ਕਰਾਂਗੇ ਜੀ। ਤੇ ਕਈਆਂ ਨੇ ਕਿਹਾ ਸੀ ਵੀ ਇਹ ਕੌਣ ਹੁੰਦਾ ਜੀ ਸਾਡੀ ਆਪਣੀ ਗੱਲ ਦੇ ਵਿੱਚ ਇੰਟਰਫੀਅਰ ਕਰਨ ਵਾਲਾ ਜੀ। ਇਹ ਕੱਟੜ ਵੀ ਹੈਗੇ ਨਾ ਆਪਣੇ ਆਪ ਨੂੰ ਖੋਦੇ ਨਹੀਂ ਜੀ, ਅਸੀਂ ਤੇ ਬੜੇ ਵੱਡੇ ਦੇਸ਼ ਭਗਤ ਜੀ, ਭਾਵੇਂ ਕਦੀ ਬਿੱਲੀ ਨੂੰ ਸੁੱਟਾਂ ਨਾ ਮਾਰਿਆ ਜੀ। ਹੁਣ ਇੱਥੇ ਜਿਹੜੀ ਪਾਕਿਸਤਾਨ ਦੀ ਗੱਲ ਕਰਨ ਜੀ, ਪਾਕਿਸਤਾਨ ਦੇ ਜਿਹੜੇ ਕਿਸਾਨ ਆ ਉਹਨਾਂ ਸਾਡੀ ਗੱਲ ਨਹੀਂ ਕੀਤੀ, ਉਹਨਾਂ ਆਪਣੀ ਗੱਲ ਕੀਤੀ ਆ। ਉਹਨਾਂ ਆਪਣੀਆਂ ਮੰਗਾਂ ਹੱਕ ਵਿੱਚ ਟਰੈਕਟਰ ਮਾਰਚ ਕੀਤਾ, ਤੁਸੀਂ ਸਰਕਾਰ ਦੀ ਆਲੋਚਨਾ ਕੀਤੀ ਆ ਜੀ। ਵੀ ਤੁਸੀਂ ਸਰਕਾਰ ਦੀਆਂ ਫੌੜੀਆਂ ਤੇ ਖੜੇ, ਤੁਹਾਡੀ ਸਰਕਾਰ, ਅਸੀਂ ਫੌਜ ਦੀਆਂ ਫੌੜੀ ਤੁਹਾਡੀ ਸਰਕਾਰ ਖੜੀ ਹੈ, ਪਤਾ ਨਹੀਂ ਫੌਜ ਨੇ ਕਦੋਂ ਖਿੱਚਣੀ, ਤੁਸੀਂ ਧੜਮ ਕੱਢ ਕੇ ਪੈਣਾ ਜੀ। ਤੇ ਜਿਹੜੇ ਸਾਡੀ ਨਾਲ ਕਮਿਟਮੈਂਟ ਕੀਤੀਆਂ ਸੀ ਉਹ ਪੂਰੀਆਂ ਕੀਤੀਆਂ ਜਾਣ। ਕਹਿਣ ਤੋਂ ਭਾਵੇਂ ਆ ਵੀ ਭਾਵੇਂ ਉਹਨਾਂ ਆਪਣੇ ਹੱਕ 'ਚ ਕੀਤੀ ਆ ਤੇ ਭਾਵੇਂ ਸਾਡੇ ਸਾਥ ਦੇਣ ਲਈ ਕੀਤੀ ਆ, ਬਹੁਤਾ ਫਰਕ ਨਹੀਂ ਹੈ ਕਹਿਣ ਦੇ ਵਿੱਚ। ਲੇਕਿਨ ਇਹ ਅੰਦੋਲਨ ਜਿਹੜਾ ਹੋਣਾ, ਇਹ ਵਰਲਡ ਦਾ ਅੰਦੋਲਨ, ਕੌਮਾਂਤਰੀ ਅੰਦੋਲਨ ਬਣ ਰਿਹਾ। ਪਰਸੋਂ ਤੁਹਾਨੂੰ ਪਤਾ ਹੋਏਗਾ ਵੀ ਰਾਜੇਵਾਲ ਸਾਹਿਬ ਨੇ ਸਟੇਜ ਤੋਂ ਇਹ ਗੱਲ ਕਹੀ ਸੀ ਵੀ ਮੈਨੂੰ ਅਫਰੀਕਾ 'ਚ ਫੋਨ ਆਏ ਨੇ, ਕਈ ਜਥੇਬੰਦੀਆਂ ਦੇ ਫੋਨ ਆਏ ਵੀ ਤੁਹਾਡੇ ਅੰਦੋਲਨ ਤੋਂ ਅਸੀਂ ਬੜੇ ਪ੍ਰਭਾਵਿਤ ਹਾਂ, ਅਸੀਂ ਵੀ ਅੰਦੋਲਨ ਸ਼ੁਰੂ ਕਰ ਰਹੇ ਹਾਂ, ਅਸੀਂ ਬੜੇ ਪਰੇਸ਼ਾਨ ਸਰਕਾਰ ਦੀਆਂ ਨੀਤੀਆਂ ਤੋਂ ਜੀ। ਜਰਮਨ ਸ਼ੁਰੂ ਹੋ ਗਿਆ, ਇੰਗਲੈਂਡ ਸ਼ੁਰੂ ਹੋ ਗਿਆ, ਅਮਰੀਕਾ ਸ਼ੁਰੂ ਹੋ ਗਿਆ, ਤੁਹਾਡੇ ਕੈਨੇਡਾ ਸ਼ੁਰੂ ਹੋ ਗਿਆ, ਇੰਡੀਆ ਸ਼ੁਰੂ ਹੋ ਗਿਆ, ਬਾਕੀ ਵੀ ਕੰਟਰੀ ਸ਼ੁਰੂ ਹੋ ਰਿਹਾ। ਜੇ ਇਹ ਚੱਲੇਗਾ ਤੇ ਕੱਲ ਨੂੰ ਫਿਰ ਜਿਹੜੀ WTO ਨਾ, ਉਹਨੂੰ ਆਪਣੀਆਂ ਨੀਤੀਆਂ ਵਾਪਸ ਲੈਣੀਆਂ ਪੈਣਗੀਆਂ। ਤੇ ਜਦੋਂ ਵੀ ਕਿਤੇ ਵਰਲਡ ਦੇ ਵਿੱਚ ਕੀ ਕ੍ਰਾਂਤੀ ਲਿਆਂਦੀ, ਉਦੋਂ ਕਿਸਾਨਾਂ ਨੇ ਲਿਆਂਦੀ, ਬਾਕੀ ਕਿਸੇ ਨੇ ਲਿਆਂਦੀ ਜੀ। ਬਿਲਕੁਲ ਜੀ। ਜੀ ਪੱਟੀ ਸਾਹਿਬ, ਅਗਲੀ ਖਬਰ ਤੁਹਾਡੇ ਤੋਂ ਜਾਣਦੇ ਆ, ਇਹ ਮੁਕਾਬਲੇ 'ਚ ਕਿਹੜੇ ਖਾੜਕੂ ਦੇ ਕਿਹੜਾ ਖਾੜਕੂ ਮਾਰਿਆ ਸੀ ਜਿਹਦੀ ਲਾਸ਼ ਦੇਖ ਕੇ ਪੁਲਿਸ ਨੂੰ ਭਾਜੜਾਂ ਪੈ ਗਈਆਂ? ਇਸ ਖਬਰ ਬਾਰੇ ਦੱਸੋ ਜੀ। ਇਹ ਮਹਿਰਾਜ ਪਿੰਡ ਹੈਗਾ ਜੀ। ਜੀ, ਮਹਿਰਾਜ ਪਿੰਡ ਜਿਹੜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਜਿਹੜੇ ਵੱਡ ਵਡੇਰਿਆਂ ਦੇ ਪਿੰਡ ਜੀ। ਜੱਦੀ ਪਿੰਡ ਇਹਨਾਂ ਦਾ ਇਹ ਹੈ। ਇੱਥੋਂ ਦਾ ਮੁੰਡਾ ਇੱਕ ਅਜੈਬ ਸਿੰਘ ਸੀਗਾ ਤੇ ਉਹ ਜਿਹੜਾ 1980 ਦੇ ਦਹਾਕੇ ਦੇ ਦੌਰਾਨ ਜਿਹੜਾ ਸੀ ਕਾਫੀ ਸਰਗਰਮ ਰਿਹਾ ਸੀ ਮਿਲੀਟੈਂਸੀ ਦੇ ਵਿੱਚ ਜੀ। ਤੇ 1993 ਦੇ ਵਿੱਚ ਪੁਲਿਸ ਨੇ ਇੱਕ ਬਦਾ ਮਾਰ ਕੇ ਕਹਿਤਾ ਵੀ ਜਿਹੜਾ ਅਜੈਬ ਸਿੰਘ ਖਾੜਕੂ ਸੀਗਾ, ਜਿਹੜਾ ਅੱਤਵਾਦੀ ਸੀ, ਉਹਦਾ ਵੇਖ ਲੱਖ ਰੁਪਇਆ ਕਿ 2 ਲੱਖ ਕਿੰਨਾ ਨਾਮ ਰੱਖਿਆ ਸੀ, ਅਸੀਂ ਮਾਰ ਮਕਾਇਆ ਜੀ। ਉਸ ਟਾਈਮ ਤੇ ਉਹ ਅਜੈਬ ਸਿੰਘ ਜਿਹੜਾ ਸੀ ਉਹ ਬੈਠਾ ਸੀਗਾ ਜਾ ਕੇ ਉੜੀਸਾ ਦੇ ਵਿੱਚ ਜੀ। ਉਹ ਉੱਥੇ ਆਪਣਾ ਕਾਰੋਬਾਰ ਕਰ ਰਿਹਾ ਸੀ, ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। 2000 ਦੇ ਵਿੱਚ ਆ ਕੇ ਉਹ ਅਦਾਲਤ 'ਚ ਪੇਸ਼ ਹੋ ਗਿਆ। ਉਹ ਕਹਿੰਦਾ ਮਹਾਰਾਜ, ਮਾਈ ਲਾਰਡ, ਮੈਂ ਜਿੰਦਾ ਹਾਂ, ਆ ਮੇਰਾ ਆਈ ਕਾਰਡ, ਆ ਮੇਰੀ ਜਿਹੜਾ ਰਾਸ਼ਨ ਕਾਰਡ, ਆ ਮੇਰਾ ਸਭ ਕੁਝ ਹੈਗਾ, ਦੱਸੋ ਮੈਨੂੰ ਕਰਿਆ। ਮੇਰੇ ਕਹਿਤਾ ਇਹਨਾਂ ਨੇ। ਉਹ ਮੁੜ ਕੇ ਆਪਣੇ ਪਿੰਡ ਨਹੀਂ ਰਿਹਾ, ਉਹ ਆਪਣੀ ਭੈਣ ਦੇ ਪਿੰਡ ਜਾ ਕੇ ਭੈਣ ਭਣੀਜੇ ਕੋਲ ਮੌੜ ਪਿੰਡ 'ਚ ਰਿਹਾ। ਮੌੜ ਪਿੰਡ 'ਚ ਰਹਿਣ ਤੋਂ ਬਾਅਦ ਉਹ ਪਿਛਲੇ 1 ਸਾਲ ਤੋਂ ਬਿਮਾਰ ਸੀਗਾ ਜੀ। ਤੇ ਕੱਲ ਜਦੋਂ ਦੀ ਡੈਥ ਹੋਈ, ਪਤਾ ਲੱਗਾ ਵੀ ਜਿਹੜੇ ਮਹਾਰਾਜ ਵਾਲੇ ਬਾਬਾ ਹਰਦੀਪ ਸਿੰਘ ਹੋਰੀ, ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਤੇ ਪਾਇਆ ਵੀ ਅਜੈਬ ਸਿੰਘ ਖਾੜਕੂ ਦੀ ਡੈਥ ਹੋ ਗਈ।
ਉਦੋਂ ਬਾਅਦ ਸਰਕਾਰ ਭੱਜੀ, ਪੁਲਿਸ ਨੇ ਸ਼ਮਸ਼ਾਨ ਘਾਟ 'ਚ ਆਰਮੀ ਲਾਤੀ, ਆਪਣੇ CID ਵਾਲੇ ਲਾਤੇ, ਚਿੱਟ ਕਬੜੀ ਪੁਲਿਸ ਲਾਤੀ, ਉਹਦੇ ਘਰ ਦੇ ਬਾਹਰ ਲਾਤੀ ਵੀ ਇਹ ਖਾੜਕੂ ਦਾ ਜਿਹੜੇ ਹੋਣ ਲੱਗਾ ਤੇ ਕਿਹੜਾ ਕਿਹੜਾ ਬੰਦਾ ਇੱਥੇ ਆਉਂਦਾ। ਅੱਛਾ, ਆਉਣਾ ਕਿਹਨੇ ਸੀ? ਪਰਿਵਾਰਕ ਮੈਂਬਰ ਹੋਣਗੇ, ਹੋਰ ਸਨੇਹੀ ਹੋਣਗੇ, ਰਿਸ਼ਤੇਦਾਰ ਹੋਣਗੇ, ਕੋਈ ਸੱਜਣ ਮਿੱਤਰ ਹੋਣਗੇ, ਬਾਕੀ ਕਿਹਨੇ ਆਉਣਾ ਸੀ? ਉਹਨਾਂ ਦੇ ਭਾਣੇ ਹੋਰ ਤੋਂ ਪਾਕਿਸਤਾਨ ਦੇ ਵਿੱਚ ਉਦਾਸ ਮਗਰ ਤੇ ਆਉਣ ਨਹੀਂ ਲੱਗਾ। ਲੇਕਿਨ ਡਰ ਕਿੰਨਾ ਸੀ ਉਹਨਾਂ ਨੂੰ। ਲੇਕਿਨ ਸਾਡੀ ਪੁਲਿਸ ਕੀ ਕਰਦੀ ਹੈ, ਕਿਹੜੀ ਕਿਹੜੀਆਂ ਕਰਤੂਤਾਂ ਖੋਲਦੀ। ਜੇ ਇਹਨਾਂ ਦੇ ਪਰਦੇ ਫੁੱਲਣਗੇ ਤੇ ਬੜੇ ਪਰਦੇ। 1993 ਦੇ ਵਿੱਚ ਇੱਕ ਮੁੰਡਾ ਸੁਖਪਾਲ ਸਿੰਘ ਸੀਗਾ, ਉਹ ਅਕਾਲਾ ਫਗਾਨਾ ਤੋਂ ਚੁੱਕਿਆ ਇਹਨਾਂ ਨੂੰ, ਤੇ ਚੁੱਕਣ ਵਾਲੇ ਸਾਬਤ ਕਰੇ ਸੀਗੇ ਪਰਮਰਾਜ ਸਿੰਘ ਉਮਰਾ ਨੰਗਲ। ਇਹਨਾਂ ਨੇ ਉਹ ਮੁੰਡਾ ਚੁੱਕ ਕੇ ਜਿਹੜਾ ਸੀ ਮਾਰਤਾ ਤੇ ਕਹਿਦਾ ਸੀ ਜਿਹੜਾ ਖਾੜਕੂ ਗੁਰਨਾਮ ਸਿੰਘ ਬਡਾਲਾ ਸੀ ਮਾਰਤਾ ਜੀ। ਬੜਾ ਖੂੰਖਾਰ ਅੱਤਵਾਦੀ ਸੀ ਜੀ। ਉਹਦੀ ਘਰ ਦੀ ਲੱਭਦੀ ਰਹੀ ਵੀ ਮੇਰਾ ਘਰ ਦੱਸੋ ਕਿੱਥੇ ਆ। 1998 ਦੇ ਵਿੱਚ ਜਾ ਕੇ ਗੁਰਨਾਮ ਸਿੰਘ ਬਡਾਲਾ ਜਾ ਕੇ ਅਦਾਲਤ 'ਚ ਪੇਸ਼ ਹੁੰਦਾ, ਮਾਈ ਲਾਰਡ ਮੈਂ ਜਿੰਦਾ ਵਾਂ, ਇਹਨਾਂ ਮੈਨੂੰ ਕਿੱਥੋਂ ਮਾਰ ਮਕਾਇਆ। ਪੁਲਿਸ ਨੂੰ ਭਾਜਣਾ ਪੈ ਗਿਆ ਤਾਂ ਬੀਬੀ ਨੂੰ ਫਿਰ ਮਿਲਿਆ ਵੀ ਮੇਰੇ ਘਰ ਦਾ ਕੀ ਕਸੂਰ ਸੀ, ਜੇ ਇਹਨੂੰ ਗੁਰਨਾਮ ਸਿੰਘ ਬਡਾਲਾ ਕਹਿ ਕੇ ਮਾਰਿਆ ਤੁਸੀਂ, ਉਹ ਜਿੰਦਾ, ਤੇ ਮੇਰੇ ਘਰ ਦਾ ਕੀ ਕਸੂਰ ਸੀ, ਇਹਨੂੰ ਕਿਉਂ ਮਾਰਿਆ ਗਿਆ, ਉਹ ਕਿੱਥੇ ਦੱਸੋ ਤੁਸੀਂ ਜੀ। ਉਹ ਮਾਮਲਾ ਅਦਾਲਤ ਦੇ ਵਿੱਚ ਗਿਆ। ਜਿਹੜੇ ਸਾਡੇ ਸੰਧੂ ਦੇ ਆਪਣੇ ਕਰਨਲ ਸੰਧੂ ਨੇ ਉਹਦਾ ਮਾਮਲਾ ਚੁੱਕਿਆ ਸੀ, ਉਹ ਅਦਾਲਤ 'ਚ ਲੈ ਕੇ ਹਾਈ ਕੋਰਟ ਨੇ ਇਨਕੁਆਇਰੀ ਮਾਰ ਕੀਤੀ ਵੀ ਇਹਦੀ ਸਿੱਟ ਬਣਾ ਕੇ ਘੱਟੋ ਘੱਟ ਇੱਕ DGP ਰੈਂਕ ਦਾ ਬੰਦਾ ਸ਼ਾਮਲ ਕਰਕੇ ਜਿਹੜੀ ਸਿੱਟ ਬਣਾਓ ਤੇ ਜਾਂਚ ਕੀਤੀ ਜਾਵੇ। ਇਹ ਤੱਕ ਜਾਂਚ ਚੱਲ ਰਹੀ ਉਹਦੀ ਜੀ ਬਿਲਕੁਲ ਜੀ। ਜਿਹਦੇ ਪਰਮਰਾਜ ਉਮਲਾ ਦਾ ਨਾਲ ਵੀ ਹੁੰਦਾ ਤੇ ਪਰਮਰਾਜ ਉਮਲਾ ਜੋ ਦੂਜੇ ਪਾਸੇ ਬਾਜੂ ਤੇ ਇੱਧਰ ਫਿਰ ਫਸਿਆ ਫਿਰ ਦੂਜੇ ਪਾਸੇ। ਬਿਲਕੁਲ ਜੀ। ਆਖਰੀ ਖਬਰ ਹੈ ਦਿਸ਼ਾ ਰਵੀ ਦੀ, ਉਹਦਾ ਮਾਮਲਾ ਲੜਕੀ ਦਾ ਕਿੱਥੇ ਕੁ ਪਹੁੰਚਿਆ ਹੈ, ਕੀ ਕੁਝ ਹੋ ਰਿਹਾ ਹੈ? ਉਹਦੀਆਂ ਦੋ ਖਬਰਾਂ ਜੁੜਦੀਆਂ ਇਕੱਠੀਆਂ ਜੀ। ਜੀ, ਪਹਿਲੀ ਗੱਲ ਤੇ ਜਿਹੜੀ ਰਵੀ ਦਿਸ਼ਾ ਵਾ, ਉਹ ਰਵੀ ਉਹਦੇ ਫਾਦਰ ਦਾ ਨਾਂ ਤੇ ਦਿਸ਼ਾ ਉਹਦਾ ਨਾਮ। ਓਕੇ। ਉਹਦੀ ਜਿਹੜੀ ਮਾਂ ਮਨੱਕਾ ਕੇ ਕੀ ਉਹ ਨਾਂ ਲਿਖਦੀ ਵਿੱਚ ਆਪਣੇ ਵਿੱਚ, ਉਹ ਵੀ ਦਿਸ਼ਾ ਮਨੱਕਾ ਰਵੀ ਜਿਹੜੀ ਉਹ ਨਾਮ ਪੂਰਾ ਸੀ ਆਪਣਾ। ਉਹ ਜਿਹੜੀ ਦਿਸ਼ਾ ਰਵੀ ਹੈ, ਦਿਸ਼ਾ ਰਵੀ ਨੂੰ ਮਿਲਣ ਵਾਸਤੇ ਉਹਦੇ ਪਰਿਵਾਰ ਨੂੰ ਇਜਾਜ਼ਤ ਦੇ ਦਿੱਤੀ ਕਿ ਤੁਸੀਂ ਮਿਲ ਸਕਦੇ ਹੋ ਜੀ। ਦਿਸ਼ਾ ਨੇ ਆਪਣੇ ਕੱਪੜੇ ਮੰਗਵਾਏ, ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਆ, ਆਪਣੇ ਜਿਹੜੇ ਸੀ ਉਹ ਕੁਝ ਕਿਤਾਬਾਂ ਮੰਗਾਈਆਂ ਪੜ੍ਹਨ ਵਾਸਤੇ, ਮੈਂ ਵਿਹਲੀ ਬੈਠੀ ਪੜ੍ਹੀ ਜਾਊਂਗੀ ਇੱਥੇ ਜੀ। ਜਦੋਂ ਇੰਨੀ ਲੀਨੀਅੰਸੀ ਪੁਲਿਸ ਦੇ ਦੇਵੇ, ਸਮਝ ਲਓ ਵੀ ਉਹ ਕੁਝ ਕਰਨ ਵਾਸਤੇ ਤਿਆਰ ਨਹੀਂ ਜੀ। ਉਹਦੇ ਬਾਅਦ ਸ਼ਾਂਤ ਨੂੰ ਜਿਹੜਾ ਨਾਲ ਇਹਦੇ ਕੇਸ ਦੀ ਗੱਲ ਕੀਤੀ ਸੀ, ਨਿਕਿਤਾ ਐਡਵੋਕੇਟ ਸੀ, ਉਹਨਾਂ ਨੂੰ ਜ਼ਮਾਨਤ ਜਿਹੜੀ ਸੀ ਬੰਬੇ ਹਾਈ ਕੋਰਟ ਨੇ ਦੇ ਦਿੱਤੀ। ਇੱਕ ਨੂੰ 10 ਦਿਨ ਦੀ ਦੇ ਦਿੱਤੀ, ਇੱਕ ਨੂੰ 21 ਦਿਨ ਦੀ ਦੇ ਦਿੱਤੀ ਵੀ ਜਾਓ ਤੁਸੀਂ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਾਓ ਤੇ ਘਰ ਨੂੰ ਆਓ ਜੀ। ਦਿਸ਼ਾ ਰਵੀ ਨੂੰ ਜਿਹੜਾ ਸੀ ਇਹ ਪੁਲਿਸ ਚਾਹੁੰਦੀ ਸੀ, ਕੇਂਦਰ ਸਰਕਾਰ ਚਾਹੁੰਦੀ ਸੀ ਵੀ ਅਸੀਂ ਇਹਨੂੰ ਕਾਫੀ ਦੇਰ ਅੰਦਰ ਰੱਖੀਏ, ਸਬਕ ਸਿਖਾਈਏ ਇਹਨਾਂ ਨੂੰ ਕਿ ਕਿਵੇਂ ਸਰਕਾਰ ਦੀ ਵਿਰੋਧਤਾ ਕੀਤੀ ਜਾਂਦੀ ਹੈ, ਕਿਵੇਂ ਟੂਲ ਚਲਾਈ ਜਾਂਦੀ ਹੈ, ਕਿਵੇਂ ਕੀਤਾ ਜਾਂਦਾ ਵਾ। ਦੇਖੋ ਉਹਨੇ ਗੁਨਾਹ ਕੋਈ ਨਹੀਂ ਕੀਤਾ। ਤੇ ਕਰਨਾਟਕਾ ਦੀ ਭਾਜਪਾ ਜਿਹੜੀ ਉਹ ਧੋਥਰੀ ਪਿੱਟਣ ਲੱਗ ਪਈ ਉੱਥੇ। ਉਹ ਕਹਿੰਦੇ ਵੀ ਇਹ ਜਿਹੜੀ ਬਰਾਦਰੀ ਨੂੰ ਬਿਲੋਂਗ ਕਰਦੀ ਨਾ, ਲੰਗਾਇਤ ਭਾਈਚਾਰੇ ਨੂੰ ਬਿਲੋਂਗ ਕਰਦੀ ਹੈ ਬੀਬੀ ਜੀ। ਪਹਿਲਾਂ ਕੋਸ਼ਿਸ਼ ਕੀਤੀ ਗਈ ਵੀ ਇਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਇਸਲਾਮ ਨੂੰ ਜੋੜਿਆ ਜਾਵੇ, ਨਹੀਂ ਗੱਲ ਬਣੀ। ਫਿਰ ਇਹਨੂੰ ਈਸਾਈ ਜੋੜ ਦਿੱਤਾ ਵੀ ਇਹ ਜਿਹੜੀ ਦਿਸ਼ਾ ਰਵੀ ਹੈ ਜੋਸਫ ਈਸਾਈ ਆ ਜੀ। ਉੱਥੋਂ ਨੇੜੇ ਕਰਨਾਟਕਾ ਦੇ ਭਾਜਪਾਈ ਸੀ, ਉਹ ਆ ਕੇ ਪਿੱਟੇ ਕੇਂਦਰ ਸਰਕਾਰ ਕੋਲੇ, ਮੈਂ ਸਾਡਾ ਬੇੜਾ ਗਰਕ ਕਰਤਾ ਤੁਸੀਂ, ਉਹਦੇ ਹੈਗੀ ਆ ਹਿੰਦੂ ਜੀ। ਫਿਰ ਉਹਨੇ ਕਿਹਾ ਲੰਗਾਇਤ ਭਾਈਚਾਰੇ ਦਾ ਉੱਥੋਂ ਸਾਊਥ 'ਚ ਬੜਾ ਵੱਡਾ ਹੋਲ ਜਿਹੜਾ ਤੁਹਾਡਾ ਸਾਰਾ ਬੁਰੀਆ ਬਿਸਤਰਾ ਨੇ ਬੋਲ ਕਰ ਦੇਣਾ ਜੀ। ਉੱਥੋਂ ਉਹਨਾਂ ਲੋਕਾਂ ਨੇ, ਉਹ ਬੜੇ ਕੱਟੜ ਜਿਹੇ ਬੰਦੇ, ਪਤਾ ਲੱਗ ਗਿਆ ਵੀ ਸਾਡੇ ਨਾਲ ਜ਼ਿਆਦਤੀ ਹੋਈ ਹੈ ਤੇ ਉਹਨਾਂ ਨੇ ਬਖਸ਼ਣਾ ਤੁਹਾਨੂੰ ਜੀ। ਤੇ ਫਿਰ ਥੋੜੀ ਲੀਨੀਅੰਸੀ ਵਰਤੀ ਤੇ ਹੁਣ ਉਮੀਦ ਆ ਵੀ ਦਿਸ਼ਾ ਦੀ ਰਿਹਾਈ ਜਿਹੜੀ ਉਹ ਕਿਸੇ ਵੇਲੇ ਵੀ ਹੋ ਸਕਦੀ ਹੈ, ਕੋਈ ਵੀ ਜ਼ਬਾਨ ਤੇ ਮਿਲ ਸਕਦੀ ਹੈ, ਕੁਛ ਤਰੀਕੇ ਨਾਲ ਰਿਹਾਈ ਉਹਦੀ ਹੋ ਸਕਦੀ ਕਿਸੇ ਵੇਲੇ ਵੀ। ਜੀ ਜੀ ਜੀ। ਭੱਟੀ ਸਾਹਿਬ ਤਹਿ ਦਿਲੋਂ ਧੰਨਵਾਦ ਤੁਹਾਡਾ, ਤੇ ਕੱਲ ਨੂੰ ਆਪਾਂ ਫੇਰ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਬਹੁਤ ਵਧੀਆ ਇਹਨਾਂ ਨੇ ਜਿਹੜੀ ਸਾਡੇ ਨਾਲ ਖਬਰਾਂ ਦੀ ਸਾਂਝ ਪਾਈ। ਤੇ ਜੌਨ ਹੋਰਗਨ ਹੁਣਾਂ ਨੇ ਵੀ ਕਿਹਾ ਆ ਜਸਟਿਨ ਟਰੂਡੋ ਹੁਣਾਂ ਦੇ ਲਈ, ਉਹਨਾਂ ਨੂੰ
ਪੱਤਰ ਲਿਖਿਆ ਕਿ ਉਹ ਭਾਰਤ ਨੂੰ ਚਿੱਠੀ ਲਿਖ ਕੇ ਤੇ ਕਿਸਾਨਾਂ ਦੇ ਮਾਮਲੇ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਨਿਬੇੜਨ। ਬਿਲਕੁਲ ਜੀ, ਉਹਨਾਂ ਨੇ ਜਿਹੜੀ ਚਿੱਠੀ ਲਿਖੀ ਆ ਉਹਦੀ ਬੜੀ ਚਰਚਾ ਹੋ ਰਹੀ ਆ ਪੰਜਾਬ ਦੇ ਬਿਲਕੁਲ ਵਿੱਚ। ਜੀ, ਔਰ ਪੰਜਾਬ ਦੇ ਵਿੱਚ ਵੀ ਹੋ ਰਹੀ ਹੈ, ਇੱਥੇ ਵੀ ਹੋ ਰਹੀ ਹੈ ਤੇ ਪਾਰਲੀਮੈਂਟ ਦੇ ਵਿੱਚ ਵੀ ਹੋ ਰਹੀ ਹੈ। ਬਈ ਜਿਹੜਾ ਪੰਜਾਬੋਂ ਬਾਹਰ ਵਸਿਆ ਦੂਜਾ ਪੰਜਾਬ ਹੈ, ਸਰੀ ਵਾਲਾ ਪੰਜਾਬ ਜਿਹਨੂੰ ਕਹਿੰਦੇ ਆ, ਉੱਥੇ ਤਾਂ ਮੁੱਖ ਮੰਤਰੀ ਬਿਲਕੁਲ ਜੀ, ਚਿੱਠੀ ਮੁੱਖ ਲਿਖਣ ਮੰਤਰੀ ਦਾ ਚਿੱਠੀ ਲਿਖਣਾ ਪ੍ਰਧਾਨ ਮੰਤਰੀ ਨੂੰ ਬੜੀ ਵੱਡੀ ਗੱਲ ਆ। ਸਾਡੇ ਵਾਲਾ ਮੁੱਖ ਮੰਤਰੀ ਦੂਜੇ ਪੰਜਾਬ ਵਾਲਾ, ਉਹ ਵਿਚਾਰਾ ਪਹਾੜਾਂ 'ਚ ਬੈਠਾ ਠੰਡ ਸੇਕ ਰਿਹਾ। ਹੁਣ ਮੈਂ ਬਾਹਲਾ ਨਹੀਂ ਕੁਝ ਕਹਿਣਾ ਚਾਹੁੰਦਾ, ਮੈਨੂੰ ਗੱਲ ਯਾਦ ਆ ਗਈ, ਜਦੋਂ ਕੋਈ ਚੋਰ ਆਉਂਦਾ ਨਾ ਚੋਰੀ ਕਰਨ, ਤੇ ਚੋਰ ਦੀ ਇੱਕੋ ਇੱਕ ਨਿਗਾਹ ਹੁੰਦੀ ਹੈ, ਮੈਂ ਪੈਸੇ ਚੁੱਕਾਂ, ਗਹਿਣੇ ਚੁੱਕਾਂ, ਤੇ ਜਾਂ ਫਿਰ ਬੀਬੀਆਂ ਨੇ ਪਰਸ ਫੜਿਆ ਹੁੰਦਾ, ਪਰਸ ਖੋਹ ਕੇ ਭੱਜ ਲਵਾਂ। ਰਾਜਨੀਤਿਕ ਚੋਰ ਉਹ ਤੁਹਾਡੇ ਗਹਿਣੇ ਨਹੀਂ ਲੁੱਟਦਾ, ਉਹ ਕੀ ਲੁੱਟਦਾ ਹੈ? MJ ਅਕਬਰ ਦੀ ਅੱਜ ਫੈਸਲਾ ਆਇਆ, ਪੱਤਰਕਾਰ ਦੀ ਇੱਜ਼ਤ ਲੁੱਟੀ ਸੀ ਜੀ। ਇੱਕ ਨਹੀਂ, ਕੱਲ ਆਪਾਂ ਗੱਲ ਕੀਤੀ ਸੀ ਪ੍ਰੋਗਰਾਮ ਦੇ ਵਿੱਚ, ਇੱਕ ਨਹੀਂ ਪਤਾ ਨਹੀਂ ਕਿੰਨੀਆਂ ਮੀ ਟੂ ਜਦੋਂ ਗੱਲਬਾਤ ਕਰ ਰਹੇ ਸੀ ਕਿ ਮੀ ਟੂ ਕਿ ਮੇਰੇ ਨਾਲ ਵੀ ਇਹ ਹੋਇਆ ਹੈ। ਇਹ ਕੱਲੀ ਤੁਹਾਡੀ ਅਜ਼ਮਤ ਨਹੀਂ ਲੁੱਟਦੇ, ਇਹ ਤੁਹਾਡਾ ਵਿਰਸਾ ਲੁੱਟਦੇ ਨੇ, ਤੁਹਾਡਾ ਫਿਊਚਰ ਲੁੱਟਦੇ ਨੇ ਜੀ, ਬਿਲਕੁਲ ਤੁਹਾਡਾ ਇਤਿਹਾਸ ਖਰਾਬ ਕਰਦੇ ਆ। ਇਹ ਰਾਜਨੀਤਿਕ ਚੋਰ ਨੇ। ਪੁਲਿਸ ਜਾ ਕੇ ਚੋਰਾਂ ਨੂੰ ਗ੍ਰਿਫਤਾਰ ਕਰਦੀ ਹੈ ਕਿ ਤੂੰ ਚੋਰੀ ਕੀਤੀ ਹੈ। ਰਾਜਨੀਤਿਕ ਚੋਰ ਨੂੰ ਪੁਲਿਸ ਜਾ ਕੇ ਪ੍ਰੋਟੈਕਸ਼ਨ ਦਿੰਦੀ ਹੈ ਕਿ ਆ ਤੇਰੇ ਕੋਲ 20 ਗਨਮੈਨ ਲੱਗ ਗਏ ਨੇ, ਤੂੰ ਰੱਜ ਕੇ ਵਿਰਸਾ ਵੀ ਖਰਾਬ ਕਰ, ਸਾਡੀ ਬੋਲੀ ਵੀ ਖਰਾਬ ਕਰ, ਸਾਡੇ ਇਤਿਹਾਸ ਨੂੰ ਵੀ ਵਿਗਾੜ ਦੇ, ਸਾਨੂੰ ਕੋਈ ਚਿੰਤਾ ਨਹੀਂ ਜੀ। ਜਿਹੜੀ ਗੱਲ ਬਹੁਤ ਧਿਆਨ ਨਾਲ ਦੇਖਣ ਵਾਲੀ ਹੈ ਕਿ ਅਸੀਂ ਕੀ ਕਰਦੇ ਹਾਂ, ਰਾਜਨੀਤਿਕ ਜਿਹੜਾ ਚੋਰ ਹੈ ਉਸ ਦੂਜੇ ਦਿਨ ਵੇਖਦਾ ਹੈ ਕਿ ਮੈਂ ਚੋਰੀ ਕਿੱਥੇ ਕਰਨੀ ਹੈ, ਉਹ ਆਪ ਚੁਣਦਾ ਜਾ ਕੇ ਚੋਰੀ ਦੀ ਥਾਂ। ਅਸੀਂ ਰਾਜਨੀਤਿਕ ਚੋਰਾਂ ਨੂੰ ਖੁਦ ਚੁਣਦੇ ਹਾਂ ਕਿ ਆਹ ਲਓ ਜੀ, ਤੁਹਾਨੂੰ ਪਾਈਆਂ ਵੋਟਾਂ, ਤੁਸੀਂ ਜਾ ਕੇ ਕੰਮ ਕਰੋ। ਸ਼ਾਇਦ ਆਪਾਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਇਹ ਜਿਹੜੇ ਰਾਜਨੀਤਿਕ ਚੋਰ ਨੇ, ਮਾਫ ਕਰਨਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜਿਹੜਾ ਅੱਜ ਦਾ ਬਾਕੀ ਦਾ ਰਹਿੰਦਾ ਹਿੱਸਾ ਹੈ ਪ੍ਰੋਗਰਾਮ ਦੇ ਵਿੱਚ, ਰਾਜਨੀਤਿਕ ਚੋਰੀ ਦੀ ਗੱਲਬਾਤ ਕਰਾਂਗੇ ਕਿ ਸਾਡਾ ਵਿਦਿਆ ਦਾ ਸਿਸਟਮ ਹੈ, ਸਾਡਾ ਜਿਹੜੀ ਵਿਦਿਅਕ ਪ੍ਰਣਾਲੀ ਹੈ, ਤੁਸੀਂ ਵੇਚ ਲਈਆਂ ਰੇਲਾਂ, ਤੁਸੀਂ ਬੈਂਕ ਵੇਚ ਲਏ, ਤੁਸੀਂ ਪੋਰਟਾਂ ਵੇਚਤੀਆਂ, ਤੁਸੀਂ ਤੇਲ ਵੇਚ ਦਿੱਤਾ, ਕਿ ਵਿਦਿਆ ਵੀ ਵੇਚ ਦਿੱਤੀ ਹੈ? ਜਾਂ ਲੋਕਾਂ ਨੂੰ ਵਿਦਿਆ ਪੱਖੋਂ ਹੋਣਾ ਕਿਵੇਂ ਕੀਤਾ ਗਿਆ, ਉਹਦੀ ਗੱਲਬਾਤ ਕਰਨ ਲਈ ਡਾਕਟਰ ਜਗਜੀਤ ਸਿੰਘ ਜੀ, ਜਿਹੜੇ ਬੜੇ ਉਹਨਾਂ ਨੂੰ ਉੱਘੇ ਕਹਿੰਦੇ ਆ ਜੀ। ਸਾਇੰਟਿਸਟ ਨੇ, ਅੰਕੜਿਆਂ ਦੇ ਬੜੇ ਮਾਹਰ ਨੇ, ਕੈਨੇਡੀਅਨ ਸਿੱਖ ਸਟੱਡੀ ਦੇ ਟੀਚਿੰਗ ਸੁਸਾਇਟੀ ਦੇ ਮੁੱਖ ਸੇਵਾਦਾਰ ਨੇ, ਯਤਨ ਕਰ ਰਹੇ ਨੇ ਕਿ ਯੂਥ ਨੂੰ ਜੋੜ ਕੇ ਨਾਲ ਅਵੇਅਰ ਕਰੀਏ ਕਿ ਅਸੀਂ ਜਾਗਰੂਕ ਕਿਵੇਂ ਰਹਿਣਾ ਹੈ ਤੇ ਰਾਜਨੀਤਿਕ ਚੋਰਾਂ ਨੂੰ ਫੜਨਾ ਕਿਵੇਂ ਹੈ, ਜਿਵੇਂ ਪੁਲਿਸ ਆਮ ਚੋਰ ਨੂੰ ਫੜਦੀ ਹੈ।